ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਚੋਖਾ ਮੀਂਹ ਪਿਆ। ਲੰਘੀ ਰਾਤ ਜਿਸ ਤਰੀਕੇ ਦੇ ਨਾਲ ਮੀਂਹ ਪਿਆ ਉਹਦੇ ਕਰਕੇ ਵੀ ਗਲੀਆਂ ਨਾਲੀਆਂ ਬਹੁਤ ਭਰ ਗਈਆਂ ਪਾਣੀ ਦੇ ਕਰਕੇ। ਤੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਆ ਜਿਹੜਾ ਉਹ ਠੀਕ ਰਹਿਣਾ, ਯਾਨੀ ਕਿ ਬੱਦਲਵਾਈ ਰਹਿਣੀ ਹੈ ਤੇ ਕਈ ਥਾਵਾਂ ਦੇ ਉੱਤੇ ਛਿੱਟੇ ਪੈਣ ਦੀ ਆਸ ਹੈ। ਜਲੰਧਰ ਸਮੇਤ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਕਿਤੇ ਘੱਟ ਕਣੀਆਂ ਪਈਆਂ, ਕਿਤੇ ਵੱਧ ਕਣੀਆਂ ਪਈਆਂ, ਪਰ ਲੰਘੇ ਕੱਲ੍ਹ ਬਦਲੀ ਆ ਜਿਹੜੀ ਉਹ ਸੂਰਜ ਨੂੰ ਛੇਤੀ ਹੀ ਢੱਕ ਲੈਂਦੀ ਸੀ। ਕਦੇ ਕਦਾਈ ਸੂਰਜ ਦਾ ਦਿਖਾਈ ਦਿੱਤਾ ਹੈ, ਪਰ ਬਹੁਤੀਆਂ ਥਾਵਾਂ ਦੇ ਉੱਤੇ ਪੂਰਾ ਦਿਨ ਵੀ ਬਦਲੀ ਰਹੀ ਹੈ। ਅਗਲੀ ਜਾਣਕਾਰੀ ਇਹ ਹੈ ਵੀ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਨੇ ਜਿਹੜੇ ਉਹ ਵੀ ਇਸ ਵਕਤ ਤਪਸ਼ ਤੋਂ ਥੋੜ੍ਹੀ ਜਿਹੀ ਰਾਹਤ ਮਹਿਸੂਸ ਕਰ ਰਹੇ ਆ। ਹਾਲਾਂਕਿ ਮੀਂਹ ਕਣੀ ਦੇ ਕਰਕੇ ਆਲੇ ਦੁਆਲੇ ਗੰਦਗੀ ਦੇ ਢੇਰ ਲੱਗੇ ਹੋਣ ਦੇ ਕਰਕੇ ਉਹਨਾਂ ਨੂੰ ਮੁਸ਼ਕਲ ਹਾਲਾਤ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ, ਪਰ ਉਹ ਫਿਰ ਵੀ ਡਟੇ ਹੋਏ ਆ। ਤੇ ਜਦੋਂ ਮੀਂਹ ਪੈ ਕੇ ਹਟਦਾ, ਜਿਵੇਂ ਕਿ ਪਿਛਲੇ 48 ਘੰਟਿਆਂ ਦੇ ਵਿੱਚ ਪਿਆ, ਉਸ ਤੋਂ ਬਾਅਦ ਉਹ ਪਾਣੀ ਪਰੇ ਕਰਕੇ ਚਿੱਕੜ ਦੇ ਉੱਤੇ ਮਿੱਟੀ ਪਾ ਕੇ ਤੇ ਇੱਕਦਮ ਫਿਰ ਉਵੇਂ ਡਟ ਜਾਂਦੇ ਆ। ਸੋ ਇਹਨਾਂ ਡਟੇ ਹੋਏ ਕਿਸਾਨਾਂ ਨੂੰ ਫਿਰ ਸਲਾਮ ਕਰਨੀ ਬਣਦੀ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੀ ਬਾਤ ਪੈਂਦੀ ਹੀ ਰਹਿਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਹਿਲੀ ਜਿਹੜੀ ਵੱਡੀ ਖਬਰ ਹੈ ਉਹ ਹੈਗੀ ਹੈ ਸੁਖਪਾਲ ਸਿੰਘ ਖਹਿਰੇ ਦੇ ਵੱਲੋਂ ਮੋੜ ਕੱਟਣ ਨਾਲ ਸੰਬੰਧਿਤ। ਸੁਖਪਾਲ ਖਹਿਰਾ ਆਮ ਆਦਮੀ ਪਾਰਟੀ 'ਚ ਗਿਆ ਕਾਂਗਰਸ ਨੂੰ ਛੱਡ ਕੇ, ਉਸ ਤੋਂ ਬਾਅਦ ਪੰਜਾਬ ਏਕਤਾ ਪਾਰਟੀ ਬਣਾ ਲਈ। ਉਸ ਤੋਂ ਬਾਅਦ ਗੱਲ ਨਹੀਂ ਬਣੀ ਤਾਂ ਵਾਪਸ ਫਿਰ ਕਾਂਗਰਸ ਦੇ ਵਿੱਚ ਆਇਆ। ਪਰ ਇੱਧਰ ਤਫਸੀਲ ਸਾਂਝੀ ਕਰਨ ਤੋਂ ਪਹਿਲਾਂ ਇੱਕ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਖੇਤਰ ਤੋਂ ਆਈ ਖਬਰ ਸਾਂਝੀ ਕਰਨੀ ਬਣਦੀ ਹੈ। 70 ਸਾਲ ਦੀ ਇੱਕ ਬਜ਼ੁਰਗ ਔਰਤ ਹੈ, ਕੋਰੋਨਾ ਪੋਜ਼ੀਟਿਵ ਹੈ। 12 ਮਈ ਨੂੰ ਸ਼ਹਿਰ ਦੇ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਭਰਤੀ ਕਰਵਾਈ ਜਾਂਦੀ ਹੈ। ਹਰ ਰੋਜ਼ ਪਤੀ ਦੇਵ ਦੇਖਣ ਆਉਂਦਾ ਜਾਂ ਵੀਡੀਓ ਕਾਲ ਦੇ ਉੱਤੇ ਗੱਲ ਕਰਨ ਆਉਂਦਾ ਜਾਂ ਸ਼ੀਸ਼ਾ ਥਾਣੀ ਵੇਖ ਕੇ ਜਾਵਾਂ ਮੈਂ ਪਤਨੀ ਨੂੰ ਇਹ ਵੇਖਦਾ। ਪਰ ਇੱਕ ਦਿਨ ਉਹ ਆਇਆ, ਯਾਨੀ ਕਿ 15 ਮਈ ਨੂੰ। ਉਹਨੇ ਦੇਖਿਆ ਵੀ ਮੇਰੀ ਘਰਵਾਲੀ ਹੈ ਜਿਹੜੀ ਉਹ ਬੈੱਡ ਦੇ ਉੱਤੇ ਹੈ ਨਹੀਂ ਗੀ। ਉਹਨੇ ਨਰਸ ਨੂੰ ਪੁੱਛਿਆ ਵੀ ਕਿੱਥੇ ਗਈ ਇਹ ਮਰੀਜ਼ ਜਿਹੜੀ ਪਈ ਸੀ। ਉਹ ਕਹਿੰਦੀ ਜੀ ਉਹਨਾਂ ਦੀ ਤਾਂ ਮੌਤ ਹੋ ਗਈ ਹੈ। ਬੜਾ ਦੁੱਖ ਹੋਇਆ ਉਹਨੂੰ। ਘੰਟੇ 2 ਘੰਟਿਆਂ ਬਾਅਦ ਹਸਪਤਾਲ ਦੇ ਪ੍ਰਬੰਧਕਾਂ ਨੇ ਇੱਕ ਲਾਸ਼ ਉਹਨੂੰ ਬੈਗ ਦੇ ਵਿੱਚ ਪੈਕ ਕਰਕੇ ਦਿੱਤੀ। ਉਹ ਘਰ ਦੇ ਵਿੱਚ ਲਿਆਇਆ ਲਾਸ਼ ਨੂੰ ਤੇ ਉਸ ਤੋਂ ਬਾਅਦ ਟੱਬਰ ਸਮੇਤ, ਪਿੰਡ ਵਾਲਿਆਂ ਦੇ ਸਮੇਤ, ਰਿਸ਼ਤੇਦਾਰਾਂ ਦੇ ਸਮੇਤ ਉਹਦਾ ਸੰਸਕਾਰ ਕਰਤਾ। ਪਰ ਉਹਨੇ ਦੇਖਿਆ ਨਹੀਂ, ਕਿਉਂਕਿ ਕਰੋਨਾ ਮਹਾਮਾਰੀ ਦੇ ਕਰਕੇ ਉਹਨਾਂ ਨੇ ਬੈਗ ਖੋਲ੍ਹਿਆ ਨਹੀਂ। ਬੰਦੇ ਨੂੰ ਡਰ ਹੁੰਦਾ। ਭੋਗ ਵੀ ਪੈ ਗਿਆ ਉਸ ਔਰਤ ਦਾ, ਪਰ 18ਵੇਂ ਦਿਨ ਉਹ ਔਰਤ ਆ ਜਿਹੜੀ ਉਹ ਸਾਹਮਣੇ ਆ ਗਈ ਟੱਬਰ ਦੇ ਜੀਆਂ ਦੇ। ਜਦੋਂ ਉਹਨੂੰ ਦੇਖਿਆ ਸਾਰਾ ਟੱਬਰ ਭੁਚੱਕਾ ਰਹਿ ਗਿਆ ਤੇ ਹੁਣ ਪਤਾ ਲੱਗਾ ਡਾਕਟਰਾਂ ਦੀ ਗਲਤੀ ਦਾ, ਉਹਨਾਂ ਨੇ ਲਾਸ਼ ਹੀ ਕਿਸੇ ਹੋਰ ਦੀ ਫੜਾਤੀ ਸੀ। ਕਹਿਣ ਦਾ ਭਾਵ ਇਹ ਆ ਵੀ ਜਿਵੇਂ ਪੰਜਾਬ ਦੇ ਵਿੱਚ ਬਹੁਤ ਬੱਜਰ ਗੁਨਾਹ ਕੀਤੇ ਜਾਂਦੇ ਆ, ਗਲਤੀਆਂ ਨਹੀਂ ਗੁਨਾਹ, ਉਸੇ ਤਰੀਕੇ ਨਾਲ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਵੀ ਇਹ ਸਾਰਾ ਕੁਝ ਹੁੰਦਾ ਹੈ। ਹੁਣ ਜਿਨ੍ਹਾਂ ਦੀ ਉਹ ਲਾਸ਼ ਸੀ ਜਿਹੜੀ ਕਿ ਬੈਗ ਦੇ ਵਿੱਚ ਪਾ ਕੇ ਦਿੱਤੀ, ਉਹ ਵਿਚਾਰੇ ਕਿੰਨੇ ਦੁਖੀ ਹੋਣਗੇ, ਸਵਾਲ ਇਹ ਪੈਦਾ ਹੁੰਦਾ। ਉਹਦਾ ਕਾਰਨ ਇਹ ਸੀਗਾ ਵੀ ਜਿਹੜੀ ਇਹ ਔਰਤ ਬੈੱਡ ਦੇ ਉੱਤੇ ਸੀ, ਉਹ ਕਦੇ ਬਾਥਰੂਮ ਜਾਂ ਕਿਸੇ ਹੋਰ ਕੰਮਕਾਜ ਦੇ ਲਈ ਉਰੇ ਪਰੇ ਗਈ ਹੋਣੀ ਆ ਤੇ ਨਰਸ ਨੇ ਇਹ ਗੱਲ ਕਹਿਤੀ ਜੀ ਕਿ ਉਹਨਾਂ ਦੀ ਮੌਤ ਹੋ ਗਈ ਆ। ਉਹਨਾਂ ਨੂੰ ਤਾਂ ਮੋਰਚਰੀ 'ਚ ਰੱਖ ਦਿੱਤਾ ਗਿਆ, ਰਾਤ ਹੀ ਮੌਤ ਹੋ ਗਈ ਸੀ, ਪਰ ਹਕੀਕਤ ਇਹ ਨਹੀਂ ਸੀ। ਤੇ ਉਹ ਔਰਤ ਹੁਣ ਘਰ ਵਾਪਸ ਆ ਚੁੱਕੀ ਹੈ ਤੇ ਠੀਕ ਆ ਤੇ ਤੰਦਰੁਸਤ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਵੀ ਇੱਦਾਂ ਬੜੀ ਵਾਰ ਹੋਇਆ। ਆਪਾਂ ਜਾਣਦੇ ਹਾਂ ਵੀ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਮੌਤ ਹੋਈ। ਜਿਹੜੇ ਬੰਦੇ ਦੀ ਮੌਤ ਹੋਈ ਉਹ ਔਰਤ ਵਾਲੇ ਘਰੇ ਭੇਜ ਦਿੱਤਾ ਗਿਆ ਬੈਗ 'ਚ ਪੈਕ ਕਰਕੇ ਪਿਛਲੇ ਸਾਲ, ਤੇ ਜਿੱਥੇ ਔਰਤ ਦੀ ਥਾਂ ਦੇ ਉੱਤੇ ਬੰਦਾ ਭੇਜ ਦਿੱਤਾ ਗਿਆ, ਯਾਨੀ ਕਿ ਲਾਸ਼ਾਂ ਬਦਲ ਦਿੱਤੀਆਂ ਗਈਆਂ ਸੀ। ਪਰ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਤਾਂ ਗਲਤੀ ਬਹੁਤ ਵੱਡੀ ਹੋ ਗਈ। ਫਿਰ ਜ਼ਿਲ੍ਹਾ ਪ੍ਰਸ਼ਾਸਨ ਨੇ, ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਅਸੀਂ ਲਾਸ਼ ਤੁਹਾਡੀ ਮੋੜ ਕੇ ਲਿਆ ਦਿੰਦੇ ਹਾਂ। ਪਰ ਉਦੋਂ ਤੱਕ ਜਿਹੜੇ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਆ ਉਹਨੇ ਆਪਣੀ ਉਸ ਜੀ ਦਾ ਸੰਸਕਾਰ ਕਰ ਦਿੱਤਾ ਸੀਗਾ ਤੇ ਹਾਲੇ ਤੱਕ ਉਹ ਰੌਲਾ ਠੰਡਾ ਨਹੀਂ ਪਿਆ। ਜਿਹੜੀ ਪਹਿਲੀ ਵੱਡੀ ਖਬਰ ਆ, ਜਿਵੇਂ ਕਿ ਮੁੱਢ ਦੇ ਵਿੱਚ ਕਿਹਾ, ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਮਾਰੀ ਗਈ ਪਲਟੀ ਦੇ ਨਾਲ ਸੰਬੰਧਿਤ ਹੈ। ਸੁਖਪਾਲ ਸਿੰਘ ਖਹਿਰਾ ਹੋ ਰਹੀ ਜਦੋਂ ਆਮ ਆਦਮੀ ਪਾਰਟੀ 'ਚ ਗਏ ਸੀਗੇ, ਉਹਨਾਂ ਨੇ ਕਿਹਾ ਸੀ ਜੀ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਰਵਾਇਤੀ ਪਾਰਟੀਆਂ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ। ਇੱਕ ਨਵੀਂ ਕਿਸਮ ਦੀ ਰਾਜਨੀਤੀ ਕਰਨ ਦੇ ਲਈ ਆਮ ਆਦਮੀ ਪਾਰਟੀ ਆਈ ਹੈ ਤੇ ਮੈਂ ਇਹਦੇ ਵਿੱਚ ਤਾਂ ਕਰਕੇ ਆਇਆ ਤਾਂ ਜੋ ਪੰਜਾਬ ਦਾ ਨਕਸ਼ ਸੰਵਾਰਿਆ ਜਾ ਸਕੇ। ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ 2017 ਤੋਂ ਬਾਅਦ। ਉਸ ਤੋਂ ਬਾਅਦ ਇੱਕਦਮ ਉਹਨਾਂ ਨੂੰ ਕੱਢ ਦਿੱਤਾ ਗਿਆ। ਫਿਰ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਬਣਾਈ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਬਠਿੰਡਿਓਂ ਲੜੀਆਂ, ਪਰ ਜ਼ਮਾਨਤ ਜ਼ਬਤ ਹੋ ਗਈ। ਜਦੋਂ ਕਿਸੇ ਪਾਸੇ ਹੱਥ ਨਹੀਂ ਪੈਂਦਾ ਦਿਸਿਆ ਤਾਂ ਸੁਖਪਾਲ ਸਿੰਘ ਖਹਿਰਾ ਆਪਣੀ ਪਾਰਟੀ ਦੇ ਵੱਲ ਫਿਰ ਵਾਪਸ ਆਏ, ਯਾਨੀ ਕਿ ਮਾਂ ਪਾਰਟੀ ਦੇ ਵੱਲ ਹੀ ਉਹ ਵਾਪਸ ਆ ਗਏ ਆ, ਕਾਂਗਰਸ ਦੇ ਵਿੱਚ ਹੀ ਆ ਗਏ ਆ। ਹੁਣ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਆ ਵੀ ਸੁਖਪਾਲ ਸਿੰਘ ਖਹਿਰਾ ਕਿਹੜੇ ਕਾਰਨਾਂ ਕਰਕੇ ਵਾਪਸ ਆਇਆ ਹੋਇਆ। ਉਹ ਤਾਂ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਕਿ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ। ਦਿੱਲੀ ਦੇ ਵਿੱਚ ਬੈਠੇ ਪੰਜਾਬ ਦੇ ਬਾਰੇ ਕੀ ਜਾਣਦੇ ਆ? ਕੀ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੀ ਖੁਦਮੁਖਤਿਆਰੀ ਦੀ ਗੱਲ ਹੋਊਗੀ? ਕੀ ਗਾਂਧੀ ਪਰਿਵਾਰ ਦਿੱਲੀ ਬੈਠ ਕੇ ਗੱਲ ਨਹੀਂ ਕਰਦਾ? ਕੀ ਪੰਜਾਬ ਦੇ ਫੈਸਲੇ ਪੰਜਾਬ ਦੇ ਵਿੱਚ ਹੀ ਹੋ ਜਾਂਦੇ ਆ? ਤੇ ਸੁਖਪਾਲ ਸਿੰਘ ਖਹਿਰਾ ਇਕੱਲਾ ਨਹੀਂ ਆਇਆ ਪਾਰਟੀ ਦੇ ਵਿੱਚ, ਸਗੋਂ ਆਪਣੇ 2 ਸਾਥੀਆਂ ਸਮੇਤ ਪੂਰੇ ਪੈਕੇਜ ਦੇ ਨਾਲ ਆਇਆ।
ਪਿਰਮਲ ਸਿੰਘ ਧੌਲਾ ਤੇ ਜਗਦੇਵ ਸਿੰਘ ਕਮਾਲੂ, ਜਿਨ੍ਹਾਂ ਦੇ ਬਾਬਤ ਪਿਛਲੇ ਕਈ ਦਿਨਾਂ ਤੋਂ ਖਬਰਾਂ ਆਉਂਦੀਆਂ ਸੀ ਕਿ ਉਹ ਵੀ ਕਾਂਗਰਸ ਦੇ ਵਿੱਚ ਆਉਣਗੇ, ਤਿੰਨੋਂ ਜਾਣੇ ਆਏ ਨੇ। ਤਿੰਨਾਂ ਦਾ ਸਿਆਸੀ ਭਵਿੱਖ ਕੀ ਹੋਊਗਾ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਪਹਿਲਾਂ ਉਹ ਕਾਰਨ ਦੱਸਦੇ ਹਾਂ ਵੀ ਸੁਖਪਾਲ ਖਹਿਰਾ ਨੇ ਕੀ ਕਿਹਾ, ਵੀ ਮੈਂ ਕਿਉਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਫਿਰ ਜੁੜਿਆ, ਉਹ ਮੈਨੂੰ ਕਿਉਂ ਇੰਨੇ ਚੰਗੇ ਲੱਗਦੇ ਆ, ਪੰਜਾਬ ਦਾ ਭਲਾ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਕਿਉਂ ਕਰ ਸਕਦੇ ਆ, ਤੇ ਮੈਨੂੰ ਕੇਜਰੀਵਾਲ ਦੀਆਂ ਕਿਹੜੀਆਂ ਗੱਲਾਂ ਮਾੜੀਆਂ ਲੱਗੀਆਂ। ਪਹਿਲਾਂ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸੁਖਪਾਲ ਸਿੰਘ ਖਹਿਰਾ ਸਮੇਤ ਪਿਰਮਲ ਸਿੰਘ ਧੌਲਾ ਤੇ ਜਗਦੇਵ ਸਿੰਘ ਕਮਾਲੂ ਨੇ ਲੰਘੇ ਕੱਲ੍ਹ ਕਾਂਗਰਸ ਦਾ ਹੱਥ ਫੜ ਲਿਆ। ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਹਿਰਾ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ ਸਣੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅਸੀਂ ਅੱਜ ਕਦਮ ਚੁੱਕਿਆ ਬੇਹੱਦ ਸੋਚ ਸਮਝ ਕੇ ਚੁੱਕਿਆ। ਅਸੀਂ ਅੱਜ ਵੀ ਇਹ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਉਹ ਆਗੂ ਨੇ ਜਿਨ੍ਹਾਂ ਨੇ ਪੰਜਾਬ ਦੇ ਲਈ ਹਮੇਸ਼ਾ ਡਟਵਾਂ ਸਟੈਂਡ ਲਿਆ। ਇਹਦੇ ਨਾਲ ਹੀ ਖਹਿਰੇ ਨੇ ਅਰਵਿੰਦ ਕੇਜਰੀਵਾਲ ਤੇ ਅਕਾਲੀਆਂ ਦੇ ਉੱਤੇ ਖੂਬ ਤਵੇ ਲਾਏ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਪਹਿਲਾ ਕਾਰਨ ਉਹਨਾਂ ਨੇ ਅਕਾਲੀਆਂ ਖਿਲਾਫ ਇਕੱਠੇ ਹੋ ਕੇ ਮਿਲ ਕੇ ਲੜਨ ਦਾ ਦੱਸਿਆ। ਭਖਤ ਦੇ ਮਸਲੇ ਬੇਅਦਬੀ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਬੇਅਦਬੀ ਕਰਨ ਵਾਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵੇਗਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਨੇ। ਉਹਨਾਂ ਨੇ ਕਿਹਾ ਕਿ ਸਿੱਟ ਨੂੰ ਹਾਈ ਕੋਰਟ ਨੇ ਭਾਵੇਂ 6 ਮਹੀਨੇ ਦਾ ਵਕਤ ਦਿੱਤਾ ਹੈ, ਪਰ ਇਹ ਫੈਸਲਾ ਅਗਲੇ 2 ਮਹੀਨਿਆਂ ਦੇ ਵਿੱਚ ਹੀ ਹੋ ਜਾਣਾ। ਇਸ ਤੋਂ ਇਲਾਵਾ ਉਹਨਾਂ ਨੇ ਅਕਾਲੀ ਆਗੂਆਂ ਦੇ ਉੱਤੇ ਵਰਦੇ ਹੋਏ ਕਿਹਾ ਕਿ 10 ਸਾਲ ਦੇ ਵਿੱਚ ਪੰਜਾਬ ਨੂੰ ਉਹਨਾਂ ਨੇ ਲੁੱਟ ਕੇ ਆਪਣੀ ਜਾਇਦਾਦ ਬਣਾਈ। ਕੋਈ ਸੂਬਾ ਨਹੀਂ ਹੋਵੇਗਾ ਜਿੱਥੇ ਇਹਨਾਂ ਦੇ ਫਾਰਮ ਹਾਊਸ ਨਹੀਂ ਹੋਣਗੇ। ਇਹਨਾਂ ਨਾਲ ਲੜਨਾ ਬੇਹੱਦ ਜ਼ਰੂਰੀ ਹੈ। ਅਲੱਗ ਥਲੱਗ ਹੋ ਕੇ ਇਹਨਾਂ ਦੇ ਨਾਲ ਲੜਿਆ ਨਹੀਂ ਜਾ ਸਕਦਾ। ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦਾ ਦੂਜਾ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਆਪ ਦੇ ਵਿੱਚ ਸਾਰੇ ਫਰਜ਼ੀ ਇਨਕਲਾਬੀ ਸਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ 2015 ਦੇ ਵਿੱਚ ਆਪ ਦੇ ਵਿੱਚ ਸ਼ਾਮਲ ਹੋਣਾ ਮੇਰੀ ਬਹੁਤ ਵੱਡੀ ਗਲਤੀ ਸੀ। ਅਸੀਂ ਇਮਾਨਦਾਰੀ ਦੇ ਨਾਲ ਪਾਰਟੀ ਜੁਆਇਨ ਕੀਤੀ, ਪਰ ਉੱਥੇ ਜਾ ਕੇ ਪਤਾ ਲੱਗਾ ਇੱਥੇ ਦੋਗਲੇ ਚਿਹਰੇ ਬਹੁਤ ਨੇ। ਕਿਸਾਨ ਮੋਰਚੇ ਦੌਰਾਨ ਸ਼ਾਹੀਨ ਬਾਗ ਵਿਖੇ ਦਿੱਲੀ ਸ਼ਹਿਰ ਦੇ ਵਿੱਚ ਬੇਹੱਦ ਦੰਗੇ ਕੀਤੇ ਗਏ, ਪਰ ਕੇਜਰੀਵਾਲ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ। ਉਹਨਾਂ ਨੇ ਕਿਹਾ ਕਿ ਆਉਂਦੇ ਸਮੇਂ ਦੇ ਵਿੱਚ ਯਾਨੀ ਕਿ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ। ਤੇ ਮੈਨੂੰ ਇੱਕ ਵਾਰ ਯਾਨੀ ਕਿ 2017 ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਕਿ ਵਾਪਸ ਕਾਂਗਰਸ ਦੇ ਵਿੱਚ ਆ ਜਾਓ, ਅਸੀਂ ਤੁਹਾਨੂੰ ਸਰਕਾਰ ਬਣਨ ਦੇ ਉੱਤੇ ਕੈਬਨਿਟ ਮੰਤਰੀ ਬਣਾਵਾਂਗੇ, ਪਰ ਮੈਂ ਉਦੋਂ ਵੀ ਉਹਨਾਂ ਨੂੰ ਨਾ ਕਰ ਦਿੱਤੀ ਸੀ ਕਿਉਂਕਿ ਉਦੋਂ ਮੈਨੂੰ ਆਪ ਹੀ ਚੰਗੀ ਲੱਗਦੀ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੋਈ ਹੈਰਾਨੀ ਵੀ ਨਹੀਂ ਹੁੰਦੀ ਇਸ ਗੱਲ ਦੇ ਉੱਤੇ, ਤੇ ਬਹੁਤਾ ਕੁਝ ਕਹਿਣ ਨੂੰ ਬਾਕੀ ਵੀ ਨਹੀਂ ਬਚਦਾ, ਕਿਉਂਕਿ ਹਾਲੇ ਤਾਂ ਵੋਟਾਂ ਦੇ ਵਿੱਚ 7-8 ਮਹੀਨੇ ਬਾਕੀ ਆ। ਕਈਆਂ ਦੀਆਂ ਵਫਾਦਾਰੀਆਂ ਨੇ ਟਪਲਾ ਖਾਣਾ, ਕਈਆਂ ਨੇ ਇਹ ਗੱਲ ਕਹਿਣੀ ਹੈ ਜੀ ਕਿ ਮੈਨੂੰ ਮੇਰੀ ਫਲਾਣੀ ਪਾਰਟੀ ਚੰਗੀ ਨਹੀਂ ਲੱਗੀ ਤੇ ਮੈਂ ਇਸ ਕਰਕੇ ਇੱਧਰਲੇ ਪਾਸੇ ਨੂੰ ਮੁੜ ਆਇਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਤੋਂ ਪਰੇ ਜਾ ਕੇ ਆਪਣੀ ਪੰਜਾਬ ਏਕਤਾ ਪਾਰਟੀ, ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਂਗਰਸ ਨੂੰ ਹੀ ਠੀਕ ਸਮਝਿਆ। ਤੇ ਜਿਹੜੇ ਸਿਫਤਾਂ ਦੇ ਪੁਲ ਬੰਨੇ ਆ, ਜਦੋਂ ਅਸੀਂ ਤੁਲਨਾ ਕਰਕੇ ਦੇਖਦੇ ਹਾਂ, ਮੈਂ ਕਦੇ ਤੁਲਨਾ ਦੇ ਉੱਤੇ ਹੈਰਾਨ ਹੋ ਜਾਂਦਾ। ਨਵਜੋਤ ਸਿੰਘ ਸਿੱਧੂ ਨੂੰ ਜਦੋਂ ਉਹ ਭਾਜਪਾ 'ਚ ਸੀ ਕਾਂਗਰਸ ਮੁੰਨੀ ਵਰਗੀ ਲੱਗਦੀ ਸੀ, ਤੇ ਹੁਣ ਉਹ ਕਾਂਗਰਸ ਦੇ ਵਿੱਚ ਹੈ ਤੇ ਕਾਂਗਰਸ ਉਹਨਾਂ ਨੂੰ ਮਾਂ ਵਰਗੀ ਲੱਗਦੀ ਆ। ਅੱਜ ਭਾਜਪਾ ਸ਼ਾਇਦ ਮੁੰਨੀ ਵਰਗੀ ਲੱਗਦੀ ਹੋਵੇ। ਉਵੇਂ ਸੁਖਪਾਲ ਸਿੰਘ ਖਹਿਰਾ 2018 ਦੇ ਵਿੱਚ ਕਹਿੰਦੇ ਸੀ, 2018 ਦੇ ਵਿੱਚ ਉਹ ਕਹਿੰਦੇ ਸੀ ਵੀ ਪੰਜਾਬ ਦਾ ਕੁਛ ਨਹੀਂ ਸਵਾਰਿਆ, ਕੋਈ ਵਾਅਦਾ ਪੂਰਾ ਨਹੀਂ ਕਰਨਾ ਕੈਪਟਨ ਅਮਰਿੰਦਰ ਸਿੰਘ ਨੇ। ਤੇ ਲੰਘੇ ਕੱਲ੍ਹ ਉਹਨਾਂ ਨੇ ਕਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਵਧੀਆ ਤੇ ਦੂਰਦਰਸ਼ੀ ਸੋਚ ਵਾਲਾ ਮੁੱਖ ਮੰਤਰੀ ਕਦੇ ਮਿਲਦਾ ਚੰਗੀ ਕਿਸਮਤ ਦੇ ਨਾਲ। ਪਰ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਕੱਲ੍ਹ ਬੇਹੱਦ ਵੱਡਾ ਕਟਾਕਸ਼ ਕੀਤਾ ਗਿਆ ਖਹਿਰੇ ਹੋਰਾਂ ਦੇ ਉੱਤੇ। ਉਹਨਾਂ ਨੇ ਕਿਹਾ ਜੀ ਕਿ ਗਿਰਗਿਟ ਰੰਗ ਬਦਲਦੇ ਹੀ ਹੁੰਦੇ ਆ। ਖੁਦ ਮੁਖਤਿਆਰੀ ਦੀ ਗੱਲ ਦੇ ਲਈ ਅਸੀਂ ਇਕੱਠੇ ਹੀ ਚੱਲੇ ਸੀ, ਉਹ ਭਾਵੇਂ ਬਦਲ ਗਏ ਆ, ਪਰ ਮੈਂ ਅੱਜ ਵੀ ਇਸ ਥਾਂ ਦੇ ਉੱਤੇ ਖੜਾ, ਮੇਰਾ ਇਹ ਸਟੈਂਡ ਆ ਕਿ ਖੁਦ ਮੁਖਤਿਆਰੀ ਹੋਣੀ ਹੀ ਚਾਹੀਦੀ ਹੈ। ਪੰਜਾਬ ਦੇ ਫੈਸਲੇ ਪੰਜਾਬ ਦੇ ਵਿੱਚ ਹੀ ਹੋਣੇ ਚਾਹੀਦੇ ਆ। ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਵੀ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਇਕੱਲੇ ਭਾਸ਼ਣ ਸੁਣ ਕੇ ਬੰਦਾ ਚੰਗਾ ਬਹੁਤਾ ਕਮਾਲਾਂ ਕਰੂਗਾ, ਸਿਰਾ ਲਾ ਦਿੰਦਾ, ਇਹ ਗੱਲਾਂ ਨਾ ਕਰਿਆ ਕਰੋ। ਬੰਦੇ ਨੇ ਕੰਮ ਕਿਹੜੇ ਕੀਤੇ ਆਪਣੇ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਲਈ, ਤੁਸੀਂ ਇਹਦੇ ਵੱਲ ਖਿਆਲ ਕਰਿਆ ਕਰੋ। ਸੋ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਆਮ ਤੌਰ ਦੇ ਉੱਤੇ ਇਹੋ ਜਿਹੇ ਮਸਲਿਆਂ ਦੇ ਉੱਤੇ ਬੋਲਦੇ ਨਹੀਂ, ਉਹਨਾਂ ਦਾ ਕੰਮ ਹੀ ਉਹਨਾਂ ਦੀ ਪਛਾਣ ਆ, ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਪਛਾਣ ਆ। ਇਮਾਨਦਾਰੀ ਦੇ ਕਰਕੇ ਉਹ ਜਿੱਤੇ ਸੀ, ਇਮਾਨਦਾਰੀ ਦੇ ਚੱਲਦੇ ਹੀ ਲੋਕਾਂ ਨੇ ਹਰਾ ਦਿੱਤੇ। ਤੇ ਅੱਜ ਲੋਕਾਂ ਨੇ ਜਿਨ੍ਹਾਂ ਨੂੰ ਜਿਤਾਇਆ ਤੇ ਉਹਨਾਂ ਦੇ ਕੋਲੋਂ ਵਿਕਾਸ ਦੀਆਂ ਲਹਿਰਾਂ ਬਹਿਰਾਂ ਲਵਾ ਲੈਣ, ਇਹ ਵੀ ਉਹਨਾਂ ਨੇ ਸਮੇਂ-ਸਮੇਂ ਤੇ ਗੱਲ ਕਹੀ ਹੈ। ਪਰ ਡਾਕਟਰ ਧਰਮਵੀਰ ਗਾਂਧੀ ਦੇ ਉੱਤੇ ਮਾਣ ਸੀ ਹੈ ਤੇ ਰਹਿਣਾ ਵੀ ਚਾਹੀਦਾ। ਤੇ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੀ ਗੱਲ ਕਹੀ ਹੈ ਵੀ ਖੁਦ ਮੁਖਤਿਆਰੀ ਦੇ ਮੁੱਦੇ ਦੇ ਉੱਤੇ ਭਾਵੇਂ ਕੋਈ ਪਲਟੀ ਮਾਰ ਜੇ, ਪਰ ਅਸੀਂ ਪਹਿਲਾਂ ਵਾਲੀ ਥਾਂ ਦੇ ਉੱਤੇ ਅਡਿੱਗ ਹਾਂ। ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਬਦਲਣ ਵਾਲਿਆਂ ਦੇ ਵਿੱਚੋਂ ਨਹੀਂ। ਪੰਜਾਬ ਦੇ ਵਿੱਚ ਸੁਰਖ ਸਵੇਰਾ ਆਊਗਾ, ਪਰ ਪੰਜਾਬ ਦੇ ਲੋਕਾਂ ਨੂੰ ਇਹ ਚਾਹੀਦਾ ਵੀ ਕਿਸੇ ਨੂੰ ਵੀ ਚੰਗਾ ਨਾ ਕਹਿ ਦਿਆ ਕਰਨ ਤੇ ਕਿਸੇ ਨੂੰ ਵੀ ਮਾੜਾ ਨਾ ਕਹਿ ਦਿਆ ਕਰਨ। ਪਹਿਲਾਂ ਬੰਦੇ ਦੇ ਕੰਮ ਦੀ ਪੜਚੋਲ ਕਰ ਦਿਆ ਕਰਨ। ਜੇ ਕੋਈ ਬੰਦਾ 10 ਮਿੰਟ ਵਧੀਆ ਭਾਸ਼ਣ ਦੇ ਦਿੰਦਾ ਤਾਂ ਤੁਸੀਂ ਕਹਿਣ ਲੱਗ ਜਾਂਦੇ ਵੀ ਸਿਰਾ ਲਾ ਦਿੰਦਾ, ਇਹ ਬੰਦਾ ਕਰੂਗਾ ਪੰਜਾਬ ਦੇ ਲਈ ਕੁਛ, ਇਹ ਕੱਢਦਾ ਵੱਟ ਤਾਂ। ਪਰ ਇਹ ਆਪਾਂ ਨੂੰ ਉਦੋਂ ਗੱਲ ਚੰਗੀ ਲੱਗਦੀ ਹੁੰਦੀ ਆ। ਆਉਂਦੇ ਸਮੇਂ 'ਚ ਉਹਨੇ ਕੀ ਕਰ ਦੇਣਾ ਤੇ ਅਤੀਤ ਦੇ ਵਿੱਚ ਉਹਨੇ ਕੀ ਕੀਤਾ, ਇਹਦੇ ਵੱਲ ਵੀ ਸਾਨੂੰ ਖਿਆਲ ਕਰਨਾ ਚਾਹੀਦਾ। ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਪਾਟੋ ਧੜ ਦਾ ਸ਼ਿਕਾਰ ਹੋ ਗਿਆ।
ਪਰ ਇਦਾਂ ਦੀ ਗੱਲ ਨਹੀਂ ਆ। ਕਿਸਾਨ ਕਾਫਲੇ ਬਣ ਕੇ ਫੇਰ ਜਾ ਰਹੇ ਆ, ਪਹਿਲਾਂ ਨਾਲੋਂ ਵੱਧ ਗਿਣਤੀ ਦੇ ਵਿੱਚ ਜਾ ਰਹੇ ਆ ਤੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਉਹੀ ਇਹ ਗੱਲਾਂ ਕਹਿ ਰਹੇ ਆ ਜਿਹੜੇ ਉੱਥੇ ਗਏ ਵੀ ਨਹੀਂ ਤੇ ਜਿਨ੍ਹਾਂ ਨੇ ਕਦੇ ਜਾਣਾ ਵੀ ਨਹੀਂ, ਜਿਨ੍ਹਾਂ ਨੂੰ ਪਹਿਲਾਂ ਠੰਡ ਬਹੁਤ ਲੱਗਦੀ ਸੀ ਇਸ ਕਰਕੇ ਰਜਾਈ ਦੇ ਵਿੱਚੋਂ ਨਹੀਂ ਸੀ ਨਿਕਲਦੇ ਤੇ ਹੁਣ ਗਰਮੀ ਬਹੁਤ ਲੱਗਦੀ ਹੈ ਇਸ ਕਰਕੇ ਏਸੀ ਕਮਰੇ ਦੇ ਵਿੱਚੋਂ ਸ਼ਾਇਦ ਨਹੀਂ ਨਿਕਲਦੇ। ਪਰ ਜਿਹੜੇ ਸਿਰੜੀ ਯੋਧੇ ਆ ਉਹ ਜਾਂਦੇ ਵੀ ਆ, ਉਹ ਆਉਂਦੇ ਵੀ ਤੇ ਆ ਕੇ ਫੇਰ ਜਾਂਦੇ ਵੀ ਆ, ਉਹ ਘਰ ਦੇ ਕੰਮ ਵੀ ਕਰ ਰਹੇ ਤੇ ਉਹ ਉੱਥੇ ਵੀ ਡਟੇ ਹੋਏ ਆ। ਇਸ ਕਰਕੇ ਮੇਰੇ ਖਿਆਲ ਦੇ ਮੁਤਾਬਕ ਜਿਹੜਾ ਬੰਦਾ ਜਾਂਦਾ ਹੀ ਨਹੀਂਗਾ, ਜਿਹਨੂੰ ਉੱਥੋਂ ਦੀਆਂ ਅਸਲ ਪ੍ਰਸਥਿਤੀਆਂ ਦਾ ਪਤਾ ਹੀ ਨਹੀਂਗਾ, ਉਹਨੂੰ ਤਾਂ ਟਿੱਪਣੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਜੀ ਕਿ ਕਿਸਾਨ ਤਾਂ ਇੱਦਾਂ ਹਨ, ਫਲਾਣਾ ਇੱਦਾਂ ਹੈ। ਉਹਨਾਂ ਨੂੰ ਜਾ ਕੇ ਉੱਥੇ ਆਪਦੀ ਲਕੀਰ ਵੱਡੀ ਖਿੱਚ ਲੈਣੀ ਚਾਹੀਦੀ ਆ। ਪਰ ਜਿਹੜੀ ਇਹ ਗੱਲ ਕਹਿੰਦੇ ਜੀ ਕਿ ਹੁਣ ਕਿਸਾਨ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਦੇ ਵਿੱਚ ਪਾਟੋ ਧਾੜ ਪੈ ਗਈ, ਉਹ ਤਾਂ ਕਰਕੇ ਕਹਿੰਦੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਪਿਛਲੇ ਦਿਨੀ ਇਸ ਮੋਰਚੇ ਦੀ 9 ਮੈਂਬਰੀ ਕਮੇਟੀ ਦੇ ਵੱਲੋਂ, ਉਹਦੇ ਵਿਚਲੀ ਇਬਾਰਤ ਨਹੀਂ ਸਹੀ ਹੈਗੀ। ਪਤਾ ਲੱਗਾ ਜੀ ਕਿ ਪਿਛਲੇ ਦਿਨੀ ਜਿਹੜੀ ਇਹ ਚਿੱਠੀ ਲਿਖੀ ਗਈ ਸੀ ਇਹਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਥੋੜ੍ਹੀ ਬਹੁਤੀ ਤਲਕ ਕਲਾਮੀ ਵੀ ਸ਼ਾਇਦ ਹੋਈ ਹੋਵੇ, ਕਿਉਂਕਿ ਦੇਖੋ ਜਿੱਥੇ 4 ਬੰਦੇ ਬਹਿੰਦੇ ਆ ਉਹਨਾਂ ਨੇ ਆਪੋ ਆਪਣੇ ਵਿਚਾਰ ਤਾਂ ਪੇਸ਼ ਕਰਨੀ ਆ। ਇਸ ਚਿੱਠੀ ਵਿਚਲੀ ਇਬਾਰਤ ਦੇ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਵੀ ਇਉਂ ਨਾ ਪ੍ਰਤੀਤ ਹੋਵੇ ਵੀ ਅਸੀਂ ਥੱਕ ਗਏ ਆ, ਅਸੀਂ ਹਾਰ ਗਏ ਆ। ਚਿੱਠੀ ਲਿਖਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਸੀ, ਪਰ ਇਸੇ ਗੱਲ ਨੂੰ ਮੀਡੀਆ ਦੇ ਕੁਝ ਕੁ ਅੰਗਾਂ ਦੇ ਵੱਲੋਂ ਪੜੁੱਲ ਬਣਾ ਕੇ ਪੇਸ਼ ਕੀਤਾ ਗਿਆ। ਹਾਲਾਂਕਿ ਕਿਸਾਨ ਕਿਹੜਾ ਇਹ ਗੱਲ ਕਹਿੰਦੇ ਸੀ ਵਾਪਸ ਚੱਲੇ ਆ, ਉਹਨਾਂ ਨੇ ਚਿੱਠੀ ਲਿਖੀ। ਹੋ ਸਕਦਾ ਵੀ ਚਿੱਠੀ ਦੀ ਇਬਾਰਤ ਮੈਨੂੰ ਨਾ ਪਸੰਦ ਆਈ ਹੋਵੇ, ਹੋ ਸਕਦਾ ਮੇਰੀ ਗੱਲ ਤੁਹਾਨੂੰ ਨਾ ਪਸੰਦ ਆ ਰਹੀ ਹੋਵੇ, ਪਰ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਸੰਯੁਕਤ ਕਿਸਾਨ ਮੋਰਚਾ ਪਾਟ ਗਿਆ, ਕਿਸਾਨ ਤਾਂ ਵਾਪਸ ਆ ਜਾਣਗੇ, ਇਹ ਤਾਂ ਜੀ ਬਰਬਾਦ ਹੋ ਗਿਆ ਅੰਦੋਲਨ। ਪਰ ਜਿਨ੍ਹਾਂ ਨੇ IT ਸੈੱਲ ਨੇ ਖਾਸ ਕਰਕੇ ਜੋ ਕੁਝ ਕਹਿਣਾ ਉਹਨਾਂ ਦੇ ਵੱਲੋਂ ਕਿਹਾ ਵੀ ਜਾ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਵੀ ਕਿਸਾਨ ਕਿਵੇਂ ਨਿੱਠ ਕੇ ਉੱਥੇ ਪਹੁੰਚ ਰਹੇ ਆ, ਕਿਵੇਂ ਇਹਨਾਂ ਗੱਲਾਂ ਨੂੰ ਜਿਹੜੀਆਂ ਕਿ ਖਬਰਾਂ ਦੇ ਰੂਪ ਦੇ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਇਹਨਾਂ ਨੂੰ ਅਫਵਾਹ ਕਰਾਰ ਦੇ ਰਹੇ ਆ, ਤੇ ਕਿਵੇਂ ਉਹਨਾਂ ਦੇ ਵਿੱਚ ਏਕਤਾ, ਇਕਾਗਰਤਾ, ਉਤਸ਼ਾਹ ਤੇ ਜੋਸ਼ ਆ। ਪਹਿਲਾਂ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਕਿ ਕਿਸਾਨ ਜਥੇਬੰਦੀਆਂ ਵਿਚਾਲੇ ਕੋਈ ਫੁੱਟ ਨਹੀਂ ਪਈ, ਮੀਡੀਆ ਦਾ ਕੁਝ ਹਿੱਸਾ ਗਲਤ ਖਬਰਾਂ ਫੈਲਾ ਰਿਹਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਬੀਤੇ ਦਿਨੀ ਕੁਝ TV ਚੈਨਲਾਂ ਨੇ ਮੋਰਚੇ ਵਿੱਚ ਫੁੱਟ ਪੈਣ ਦਾ ਝੂਠਾ ਪ੍ਰਚਾਰ ਕੀਤਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਮੋਰਚੇ ਦੇ ਲੀਡਰ ਪੂਰੀ ਤਰ੍ਹਾਂ ਇਕਜੁੱਟ ਨੇ। ਉਹਨਾਂ ਅਜਿਹਾ ਪ੍ਰਚਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕੁਝੀਆਂ ਹਰਕਤਾਂ ਤੋਂ ਬਾਅਦ ਆ ਜਾਣ। ਦੱਸਣਾ ਬਣਦਾ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਣ ਤੋਂ ਬਾਅਦ ਕੁਝ ਕਿਸਾਨ ਨੇਤਾਵਾਂ ਦੇ ਵੱਖੋ ਵੱਖਰੇ ਬਿਆਨ ਆਏ ਸੀ। ਇਸ ਬਾਰੇ ਦਾਅਵੇ ਕੀਤੇ ਜਾ ਰਹੇ ਸੀ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪੈ ਗਈ ਹੈ। ਉਧਰ ਦਿੱਲੀ ਦੀਆਂ ਹੱਦਾਂ ਦੇ ਉੱਪਰ ਮੁੜ ਕਿਸਾਨ ਡਟਣੇ ਸ਼ੁਰੂ ਹੋ ਗਏ ਨੇ। ਮੌਸਮ ਦੀ ਖਰਾਬੀ ਤੇ ਫਸਲਾਂ ਸੰਭਾਲਣ ਦੇ ਲਈ ਕਿਸਾਨ ਘਰਾਂ ਨੂੰ ਪਰਤੇ ਸਨ, ਪਰ ਹੁਣ ਪੰਜਾਬ ਤੇ ਹਰਿਆਣਾ ਵਿੱਚੋਂ ਵੱਡੀ ਗਿਣਤੀ ਕਿਸਾਨ ਦਿੱਲੀ ਪਹੁੰਚ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਫਲੇ ਦਿੱਲੀ ਦੇ ਮੋਰਚਿਆਂ ਉੱਪਰ ਪੁੱਜ ਰਹੇ ਨੇ। ਬੁੱਧਵਾਰ ਨੂੰ ਤੇ ਵੀਰਵਾਰ ਨੂੰ ਵੀ ਕਿਸਾਨ ਬਚਾਓ ਮੋਰਚਾ ਤੇ ਕਈ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਵੱਖ-ਵੱਖ ਥਾਵਾਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਵੱਲ ਕੂਚ ਕੀਤੇ। ਕਿਸਾਨਾਂ ਦੇ ਇਹ ਮੋਰਚੇ ਮੁੱਖ ਸਟੇਜ ਤੱਕ ਪੁੱਜੇ ਤੇ ਰਾਹ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਹ ਕਾਫਲੇ 28, 29 ਤੇ 30 ਮਈ ਨੂੰ ਪੰਜਾਬ ਤੋਂ ਤੁਰੇ ਸਨ। ਕਿਸਾਨ ਨੇਤਾਵਾਂ ਨੇ ਕਿਹਾ ਕਿ 5 ਜੂਨ ਨੂੰ ਭਾਜਪਾ ਆਗੂਆਂ ਦੇ ਘਰਾਂ ਜਾਂ ਦਫ਼ਤਰਾਂ ਅੱਗੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿੱਥੇ ਕੋਈ ਭਾਜਪਾ ਆਗੂ ਨਹੀਂ ਹੈ ਉੱਥੇ ਜ਼ਿਲ੍ਹਾ DC ਦਫ਼ਤਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਮੋਰਚੇ ਦੀਆਂ ਸਟੇਜਾਂ ਤੋਂ 6 ਜੂਨ ਨੂੰ ਮੰਦਸੌਰ ਵਿਖੇ ਸ਼ਹੀਦ ਹੋਏ ਕਿਸਾਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ IT ਸੈੱਲ ਹੈ ਉਹਦੇ ਵੱਲੋਂ ਵੀ ਦਿਨ ਰਾਤ ਇੱਕ ਕੀਤਾ ਹੋਇਆ ਵੀ ਇਸ ਕਿਸਾਨ ਅੰਦੋਲਨ ਨੂੰ ਅਸੀਂ ਕਿਵੇਂ ਨਾ ਕਿਵੇਂ ਤਬਾਹ ਕਰ ਦੇਈਏ, ਅਸੀਂ ਇਹਨੂੰ ਕਿਵੇਂ ਨਾ ਕਿਵੇਂ ਪਾਟੋ ਧਾੜ ਦਾ ਸ਼ਿਕਾਰ ਕਰ ਦੇਈਏ। ਪਰ ਇਹ ਤਾਂ ਕਿਸਾਨ ਆਗੂਆਂ ਦੀ ਸਿਆਣਪ ਆ ਤੇ ਸਮੁੱਚੇ ਜਿਹੜੇ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਬੈਠੇ ਆ ਕਿਸਾਨ ਤੇ ਮਜ਼ਦੂਰ, ਉਹਨਾਂ ਦੀ ਸਿਆਣਪ, ਉਹਨਾਂ ਦੀ ਸੁਹਿਰਦਤਾ ਦੇ ਕਰਕੇ ਅੰਦੋਲਨ ਬਚਿਆ ਹੋਇਆ। ਨਹੀਂ ਤਾਂ ਜਿੰਨੀਆਂ ਤਾਕਤਾਂ ਨੇ ਇਸ ਅੰਦੋਲਨ ਨੂੰ ਤੋੜਨ ਦੇ ਲਈ, ਬਰਬਾਦ ਕਰਨ ਦੇ ਲਈ, ਬਦਨਾਮ ਕਰਨ ਦੇ ਲਈ ਕੋਸ਼ਿਸ਼ ਕੀਤੀ ਹੈ, ਉਹ ਗਿਣਨੀਆਂ ਔਖੀਆਂ, ਉਂਗਲਾਂ ਦੇ ਪੋਟਿਆਂ ਦੇ ਉੱਤੇ ਉਹ ਤਾਕਤਾਂ ਗਿਣਨੀਆਂ ਸੱਚੀ ਮੁੱਚੀ ਔਖੀਆਂ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜਿੱਥੇ 32 ਜਾਣੇ ਬੈਠੇ ਹੋਣ, 32 ਕਿਸਾਨ ਆਗੂ ਆ ਜਾਂ ਵੱਖ-ਵੱਖ ਹੋਰ ਸੂਬਿਆਂ ਦੇ ਕਿਸਾਨ ਆਗੂ ਆ, ਜਿੱਥੇ 50 ਤੋਂ ਵੱਧ ਕਿਸਾਨ ਆਗੂ ਜਾਂ 100 ਕਿਸਾਨ ਆਗੂ ਹੋਵੇ, ਉੱਥੇ ਤਾਂ ਬੰਦਿਆਂ ਦੇ ਵੱਖੋ ਵੱਖਰੇ ਵਿਚਾਰ ਹੁੰਦੇ ਹੀ ਆ। ਆਪਾਂ ਟੱਬਰ ਦੇ 5 ਜੀ ਹੋ ਗਏ, ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਭ ਦੇ ਵਿਚਾਰ ਵੱਖੋ ਵੱਖਰੇ ਹੁੰਦੇ ਆ। ਕਿਸੇ ਨੂੰ ਇਹ ਲੱਗਦਾ ਹੁੰਦਾ ਜੀ ਕਿ ਆਹ ਚੀਜ਼ ਬਹੁਤ ਵਧੀਆ, ਕੋਈ ਕਹਿੰਦਾ ਨਾ ਇਹ ਬਿਲਕੁਲ ਗਲਤ ਗੱਲ ਹੈ। ਸੋ ਇਹਦਾ ਮਤਲਬ ਇਹ ਥੋੜ੍ਹੀ ਆ ਕਿ ਆਪਾਂ ਅੱਡ ਹੋ ਜਾਂਦੇ ਹਾਂ, ਘਰ ਦੇ ਵਿਚਾਲੇ ਕੰਧਾਂ ਕੱਢ ਲੈਂਦੇ ਹਾਂ। ਇਹ ਤਾਂ ਕਿਸੇ ਗੱਲ ਦੇ ਉੱਤੇ ਜਾ ਕੇ ਨੌਬਤ ਆਉਂਦੀ ਹੈ, ਪਰ ਆਮ ਤੌਰ ਦੇ ਉੱਤੇ ਇਹ ਮਸਲੇ ਘਰ ਦੀ ਛੱਤ ਦੇ ਥੱਲੇ ਸੁਲਝਾ ਲਏ ਜਾਂਦੇ ਆ। ਪਰ ਜਿਹੜਾ ਗੋਦੀ ਮੀਡੀਆ ਉਹਦੇ ਵੱਲੋਂ ਘਰ ਦੀ ਛੱਤ ਦੇ ਵਿੱਚੋਂ ਕੱਢ ਕੇ ਇਹ ਮੁੱਦਾ ਉਛਾਲਿਆ ਜਾਂਦਾ ਤਾਂ ਜੋ ਕਿਸਾਨਾਂ ਦੇ ਵਿੱਚ ਫਿੱਕ ਪੈ ਜੇ, ਤਾਂ ਜੋ ਕਿਸਾਨਾਂ ਦਾ ਹੌਸਲਾ ਪਸਤ ਹੋ ਜੇ ਵੀ ਜੀ ਹੁਣ ਤਾਂ ਗੱਲ ਖਤਮ ਹੋ ਗਈ, ਹੁਣ ਤਾਂ ਮੇਲਾ ਲੁੱਟਿਆ ਗਿਆ। ਪਰ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦੇ ਵਿੱਚ ਆਈ ਤੇ ਹੁਣ ਪ੍ਰਿੰਟ ਮੀਡੀਆ ਦੇ ਵਿੱਚ ਵੀ ਆ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪਤਾ ਲੱਗਾ ਕਿ 7 ਦਿਨ ਦੇ ਲਈ ਰਜਿੰਦਰ ਸਿੰਘ ਹੋਰਾਂ ਨੂੰ ਸਸਪੈਂਡ ਕੀਤਾ ਗਿਆ। ਉਹਨਾਂ ਦੇ ਉੱਤੇ ਦੋਸ਼ ਤਾਂ ਬੇਸ਼ੱਕ ਸਿੱਧੇ ਤੌਰ ਦੇ ਉੱਤੇ ਕੋਈ ਨਹੀਂ ਲਾਇਆ ਗਿਆ, ਕਿਉਂਕਿ ਰੁਲਦੂ ਸਿੰਘ ਮਾਨਸਾ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਉਹਨਾਂ ਨੇ ਕੋਈ ਉੱਤਰ ਨਹੀਂ ਦਿੱਤਾ। ਕਈ ਹੋਰਨਾਂ ਨੂੰ ਗੱਲ ਕਹੀ ਗਈ, ਉਹਨਾਂ ਨੇ ਵੀ ਉੱਤਰ ਨਹੀਂ ਦਿੱਤਾ। ਪਰ ਮੰਨਿਆ ਜਾ ਰਿਹਾ ਵੀ ਜਿਹੜੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਚਿੱਠੀ ਲਿਖਣ ਦੇ ਬਾਰੇ ਕਿਸੇ ਨੇ ਵੀ ਬਾਹਰ ਗੱਲ ਨਹੀਂ ਕਰਨੀ, ਵੀ ਅਸੀਂ ਇੱਥੇ ਆਪਸ ਦੇ ਵਿੱਚ ਕੋਈ ਗੱਲਬਾਤ ਇਹ ਕੀਤੀ ਹੈ ਵੀ ਭਾਈ ਇਹਦੀ ਇਬਾਰਤ ਸਹੀ ਹੈ ਜਾਂ ਇਹਦੀ ਇਬਾਰਤ ਗਲਤ ਹੈ। ਪਰ ਰਜਿੰਦਰ ਸਿੰਘ ਹੋਰਾਂ ਨੇ ਮੰਨਿਆ ਜਾ ਰਿਹਾ ਜੀ ਕਿ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿਤੀ ਜੀ ਕਿ ਅਸੀਂ ਜੀ ਕਿਹੜੇ ਤਰੀਕੇ ਦੇ ਨਾਲ ਇਸ ਚਿੱਠੀ ਦੇ ਉੱਤੇ ਵਿਚਾਰ ਚਰਚਾ ਕੀਤੀ, ਵੀ ਯਾਨੀ ਕਿ ਅੰਦਰਲੀ ਗੱਲ ਦੋਸ਼ ਲੱਗੇ ਕਿ ਬਾਹਰ ਆਈ ਹੈ। ਸੋ ਇਸ ਕਰਕੇ ਕਹਿੰਦੇ ਆ ਵੀ 7 ਦਿਨ ਦੇ ਲਈ ਸਸਪੈਂਡ ਕੀਤਾ ਗਿਆ। ਬਾਕੀ ਇਹਦੇ ਬਾਰੇ ਅਧਿਕਾਰਤ ਤੌਰ ਦੇ ਉੱਤੇ ਕੋਈ ਖਬਰ ਹੈ ਜਿਹੜੀ ਉਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਨਹੀਂ ਦੱਸੀ ਗਈ, ਪਰ ਇਹੋ ਜੀ ਕਨਸੋ ਪ੍ਰਾਪਤ ਹੋਈ ਹੈ। ਪਰ ਜੇਕਰ ਇਦਾਂ ਵੀ ਹੋਇਆ ਤਾਂ ਮੇਰਾ ਖਿਆਲ ਹੈ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹ ਤਾਂ ਉਹਨਾਂ ਦੀ ਆਪਸੀ ਗੱਲ ਹੈ। ਜਦੋਂ ਇੰਨੇ ਲੰਮੇ ਸਮੇਂ ਤੋਂ ਬੈਠੇ ਹੋਏਗੇ, ਇੱਕੋ ਥਾਂ ਤੇ ਬੈਠੇ ਹੋਏਗੇ, ਕਈ ਵਾਰ ਕਿਸੇ ਮੁੱਦੇ ਦੇ ਉੱਤੇ ਵਿਚਾਰਧਾਰਕ ਮਤਭੇਦ ਪੈਦਾ ਵੀ ਹੁੰਦੇ ਆ, ਪਰ ਇਕੱਠੇ ਰਹਿਣ ਦੇ ਵਿੱਚ ਭਲਾਈ ਹੈ ਤੇ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਜੀ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਤਬੀਅਤ ਕਹਿੰਦੇ ਇੱਕ ਵਾਰ ਫਿਰ ਖਰਾਬ ਹੋ ਗਈ ਆ। ਉਹਨਾਂ ਦੇ ਢਿੱਡ ਦੇ ਵਿੱਚ ਦਰਦ ਹੋਇਆ। ਕਹਿੰਦੇ ਆ ਕਿ 23 ਦਿਨ ਦੇ ਵਿੱਚ ਉਹਨਾਂ ਨੂੰ ਦੁਬਾਰਾ ਫਿਰ ਰੋਹਤਕ ਦੇ PGI ਦੇ ਵਿੱਚ ਲਿਆਉਣਾ ਪਿਆ। ਰਾਤ ਦੇ ਵੇਲੇ ਢਿੱਡ ਦੇ ਵਿੱਚ ਦਰਦ ਉੱਠਿਆ, ਬਾਅਦ ਦੇ ਵਿੱਚ PGI ਦੇ ਵਿੱਚ ਲੈ ਕੇ ਆਏ ਆ। ਇਸ ਤੋਂ ਪਹਿਲਾਂ ਯਾਨੀ ਕਿ ਕੁਝ ਕੁ ਦਿਨ ਪਹਿਲਾਂ 24 ਘੰਟੇ ਦੇ ਲਈ ਉਹਨਾਂ ਨੂੰ ਪੈਰੋਲ ਵੀ ਮਿਲੀ ਸੀ। ਟੱਬਰ ਦੇ ਜੀਆਂ ਨੂੰ ਉਹ ਗੁਰੂਗ੍ਰਾਮ ਦੇ ਵਿੱਚ ਮਿਲੇ ਆ। ਸੋ ਗੁਰਮੀਤ ਰਾਮ ਰਹੀਮ ਹੋਰਾਂ ਨੂੰ ਰਿਹਾ ਕੀਤਾ ਜਾਊਗਾ ਪੱਕੇ ਤੌਰ ਦੇ ਉੱਤੇ। ਕੁਝ ਕੁ ਲੋਕ ਇਹ ਵੀ ਗੱਲ ਕਹਿੰਦੇ ਆ, ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਉਮਰ ਦੇ ਕਰਕੇ ਗੁਰਮੀਤ ਰਾਮ ਰਹੀਮ ਹੋਰਾਂ ਦੀ ਸਿਹਤਯਾਬੀ ਆ ਜਿਹੜੀ ਉਹਦੇ ਵਿੱਚ ਕਈ ਵਾਰ ਅੜਿੱਕਾ ਪੈਦਾ ਹੁੰਦਾ। ਸ਼ਾਇਦ ਇਹ ਵੀ ਗੱਲ ਸੱਚੀ ਹੋਵੇ, ਯਾਨੀ ਕਿ ਜਿੰਨੇ ਮੂੰਹ ਆ ਉਨੀਆਂ ਗੱਲਾਂ। ਪਰ ਪਤਾ ਲੱਗਾ ਜੀ ਕਿ ਕੱਲ੍ਹ ਸਾਰੇ ਟੈਸਟ ਹੋਏ ਆ ਉਹਨਾਂ ਦੇ, ਉਹ ਠੀਕ ਆ ਅੱਗੇ ਨਾਲੋਂ। ਢਿੱਡ ਦੇ ਵਿੱਚ ਦਰਦ ਹੋਇਆ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਾ ਕੇ, ਸੁਰੱਖਿਆ ਕਰਮਚਾਰੀ ਲਾ ਕੇ ਉਹਨਾਂ ਨੂੰ ਰੋਹਤਕ ਦੇ ਵਿੱਚ ਲਿਆਂਦਾ ਗਿਆ। ਤੇ ਲੋਕ ਜਿਹੜੇ ਉੱਥੇ ਪੁਲਿਸ ਨੂੰ ਦੇਖ ਕੇ, ਹਸਪਤਾਲ ਦੇ ਆਲੇ ਦੁਆਲੇ ਪੁਲਿਸ ਨੂੰ ਇੰਨੀ ਵੱਡੀ ਗਿਣਤੀ 'ਚ ਵੇਖ ਕੇ ਇਹੀ ਅੰਦਾਜ਼ਾ ਲਾਉਂਦੇ ਰਹੇ ਵੀ ਸ਼ਾਇਦ ਕੋਈ VVIP ਬੰਦਾ ਆ ਰਿਹਾ, ਸ਼ਾਇਦ ਕੋਈ ਮੰਤਰੀ ਇੱਥੇ ਪਹੁੰਚ ਰਿਹਾ, ਪਰ ਇੱਦਾਂ ਦੀ ਗੱਲ ਨਹੀਂ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਜਬਰ ਜਨਾਹ ਤੇ ਹੱਤਿਆ ਦੇ ਮਾਮਲਿਆਂ ਦੇ ਵਿੱਚ ਰੋਹਤਕ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਤਬੀਅਤ ਇੱਕ ਵਾਰ ਫਿਰ ਵਿਗੜ ਗਈ। ਦੱਸਿਆ ਜਾ ਰਿਹਾ ਕਿ ਗੁਰਮੀਤ ਰਾਮ ਰਹੀਮ ਦੇ ਪੇਟ ਦੇ ਵਿੱਚ ਦਰਦ ਹੋਣ ਲੱਗਿਆ। ਜੇਲ੍ਹ ਦੇ ਡਾਕਟਰਾਂ ਨੇ ਸ਼ੁਰੂਆਤੀ ਇਲਾਜ ਕੀਤਾ। ਇਸ ਤੋਂ ਬਾਅਦ ਵੀ ਰਾਮ ਰਹੀਮ ਰਾਤ ਭਰ ਦਰਦ ਦੇ ਨਾਲ ਕੁਰਲਾਉਂਦਾ ਰਿਹਾ। ਵੀਰਵਾਰ ਨੂੰ ਸਵੇਰੇ 6 ਵਜੇ ਪੁਲਿਸ ਟੀਮ ਰਾਮ ਰਹੀਮ ਨੂੰ ਲੈ ਕੇ PGI MS ਮੈਡੀਕਲ ਕਾਲਜ ਪਹੁੰਚੀ। ਕੁਝ ਟੈਸਟ ਕਰਾਉਣ ਤੋਂ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਕਿ ਉਮਰ ਵਧਣ ਦੇ ਕਰਕੇ ਪਿਛਲੇ ਕੁਝ ਦਿਨਾਂ ਤੋਂ ਗੁਰਮੀਤ ਰਾਮ ਰਹੀਮ ਦੀ ਤਬੀਅਤ ਖਰਾਬ ਹੋ ਰਹੀ ਹੈ। ਵੀਰਵਾਰ ਨੂੰ ਗੁਰਮੀਤ ਰਾਮ ਰਹੀਮ ਨੂੰ 23 ਦਿਨ ਦੇ ਅੰਦਰ ਤੀਜੀ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਇੱਕ ਵਾਰ 12 ਮਈ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇ ਬੇਚੈਨੀ ਕਰਕੇ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ। ਫਿਰ 17 ਮਈ ਨੂੰ ਐਮਰਜੈਂਸੀ ਪੈਰੋਲ ਤੇ ਮਾਂ ਨੂੰ ਮਿਲਣ ਦੇ ਲਈ ਗੁਰੂਗ੍ਰਾਮ ਲਿਆਂਦਾ ਗਿਆ। ਉਸ ਸਮੇਂ ਪੈਰੋਲ 48 ਘੰਟੇ ਦੀ ਮਿਲੀ ਸੀ, ਪਰ ਕੁਝ ਸੁਰੱਖਿਆ ਕਾਰਨਾਂ ਦੇ ਕਰਕੇ ਪੁਲਿਸ ਉਹਨਾਂ ਨੂੰ ਸ਼ਾਮ ਢਲਣ ਤੋਂ ਪਹਿਲਾਂ ਹੀ ਵਾਪਸ ਜੇਲ੍ਹ ਦੇ ਵਿੱਚ ਲੈ ਕੇ ਆ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ਦਾ ਇਹ ਕਹਿਣਾ ਕਿ ਸਾਡੇ ਪਿਤਾ ਜੀ ਵਾਪਸ ਜ਼ਰੂਰ ਆਉਣਗੇ, ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤੇ ਉਹ ਸੰਸਾਰ ਵਿੱਚ ਕੁਝ ਮਾੜਾ ਨਾ ਵਾਪਰੇ, ਇਸੇ ਕਰਕੇ ਅੰਦਰ ਗਏ ਆ। ਉਹਨਾਂ ਦਾ ਇਹ ਕਹਿਣਾ ਤੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਸਮਝਾਉਣਾ ਬਹੁਤ ਔਖਾ। ਜੇ ਕਿਸੇ ਨੂੰ ਇਹ ਗੱਲ ਕਹੀਏ ਵੀ ਨਹੀਂ ਤੇਰੀ ਆਹ ਗੱਲ ਗਲਤ ਹੈ, ਉਹ ਕਹਿੰਦਾ ਵੀ ਮੇਰੇ ਨਾਲੋਂ ਵੱਧ ਸਿਆਣਾ ਕੌਣ ਹੈ ਤੇ ਤੈਨੂੰ ਇਸ ਮੁਤਲਕ ਕੀ ਪਤਾ। ਸੋ ਇਸ ਕਰਕੇ ਭਾਈ ਜਿਹਦੀ ਸੋਚ ਜਿਵੇਂ ਆ ਉਹਦੇ ਉੱਤੇ ਕੋਈ ਕਟਾਕਸ਼ ਅੱਜ ਕੱਲ੍ਹ ਕਰਨਾ ਬਣਦਾ ਨਹੀਂ। ਪਰ ਗੁਰਮੀਤ ਰਾਮ ਰਹੀਮ ਦੇ ਉੱਤੇ ਜਿਹੜੇ ਦੋਸ਼ ਲੱਗੇ ਆ, ਜਿਸ ਤਰੀਕੇ ਨਾਲ ਪੈਰੋਲ ਮਿਲ ਰਹੀ ਹੈ, ਜਿਵੇਂ ਹਰਿਆਣੇ ਦੀ ਸਰਕਾਰ ਮਿਹਰਬਾਨ ਆ, ਆਉਂਦੇ ਸਮੇਂ ਦੇ ਵਿੱਚ ਖਬਰ ਕੋਈ ਵੀ ਵੱਡੀ ਆ ਸਕਦੀ ਹੈ। ਸ਼ਾਇਦ ਉਹਨਾਂ ਨੂੰ ਕੁਝ ਹਫ਼ਤਿਆਂ ਦੀ ਪੈਰੋਲ ਵੀ ਮਿਲ ਜੇ, ਸ਼ਾਇਦ ਕੋਈ ਹੋਰ ਮਹੱਤਵਪੂਰਨ ਫੈਸਲਾ ਕੀਤਾ ਜਾਵੇ, ਕਿਉਂਕਿ ਹਰਿਆਣੇ ਦੀ ਸਰਕਾਰ ਤਾਂ ਹੁਣ ਝੁਕੀ ਪਈ ਹੈ। ਕਿਸਾਨ ਅੰਦੋਲਨ ਦੇ ਕਰਕੇ ਉਹ ਅੰਦਰੋਂ ਟੁੱਟੀ ਪਈ ਹੈ। ਇਸ ਵਕਤ ਉਹਨਾਂ ਨੂੰ ਵੋਟ ਬੈਂਕ ਪੱਕੀ ਕਰਨ ਦਾ ਫਿਕਰ ਪਿਆ ਹੋਇਆ। ਉਸ ਤੋਂ ਬਾਅਦ ਜੋ ਮਰਜ਼ੀ ਹੋਵੇ, ਉਹਨਾਂ ਦਾ ਕੋਈ ਇਸ ਗੱਲ ਨਾਲ ਤਾਲੁਕ ਨਹੀਂਗਾ, ਪਰ ਉਹ ਚਾਹੁੰਦੇ ਆ ਕਿ ਅਸੀਂ ਇਸ ਵਕਤ ਇੱਕ ਹਿੱਸੇ ਦੀ ਵੋਟ ਆ ਜਿਹੜੀ ਉਹ ਪੱਕੇ ਤੌਰ ਦੇ ਉੱਤੇ ਆਪਣੇ ਖੀਸੇ ਦੇ ਵਿੱਚ ਪਾ ਲਈਏ। ਸੋ ਕੀ ਗੁਰਮੀਤ ਰਾਮ ਰਹੀਮ ਪੱਕੇ ਤੌਰ ਤੇ ਬਾਹਰ ਆਊ? ਕੀ ਪੈਰੋਲ ਲੰਮੇ ਸਮੇਂ ਦੀ ਮਿਲੂ? ਕੀ ਸੱਚੀ ਮੁੱਚੀ ਬਿਮਾਰ ਆ? ਕੀ ਟੱਬਰ ਦੇ ਜੀਆਂ ਤੋਂ ਦੂਰ ਰਹਿ ਕੇ ਆਵਾਜ਼ਾਰੀ ਦੀ ਸਥਿਤੀ ਹੈ? ਇਹ ਲੋਕਾਂ ਦੇ ਆਪੋ ਆਪਣੇ ਵਿਚਾਰ ਹੈਗੇ ਆ। ਸੋ ਵਕਤ ਬਿਆਨ ਕਰੂਗਾ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਤੇ ਕੀ ਨਹੀਂ ਬਣਦਾ। ਪਰ ਜਾਣੇ ਜਾਂਦੇ ਇਹ ਵੀ ਗੱਲ ਦੱਸਣੀ ਬਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਆਪਸ ਦੇ ਵਿੱਚ ਸ਼ਬਦਕ ਤੌਰ ਦੇ ਉੱਤੇ ਭਿੜੀਆਂ। ਬੀਬੀ ਪ੍ਰਨੀਤ ਕੌਰ ਨੇ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਦੇ ਵਿੱਚ ਕੰਮ ਕਰੇ ਵੱਧ ਤੋਂ ਵੱਧ, ਬਾਕੀ ਗੱਲਾਂ ਛੱਡੇ। ਤੇ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਗੱਲ ਕਹੀ ਹੈ ਵੀ ਅਸੀਂ ਤਾਂ ਬਥੇਰਾ ਕੰਮ ਕਰ ਰਹੇ ਹਾਂ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਵੀ ਮੈਂ ਸਰਕਾਰ ਨੂੰ ਕਈ ਵਾਰ ਚਿੱਠੀ ਪਾਈ ਕਿ ਮੈਂ ਇਸ ਕਰੋਨਾ ਮਹਾਮਾਰੀ ਦੇ ਵਿੱਚ ਡਾਕਟਰੀ ਦੀਆਂ ਸੇਵਾਵਾਂ ਮੁੜ ਦੇਣਾ ਚਾਹੁੰਦੀ ਹਾਂ,
ਪਰ ਉੱਤਰ ਆਪ ਜੀ ਵੱਲੋਂ ਕੋਈ ਨਹੀਂ ਆਉਂਦਾ ਤੇ ਕੰਮ ਦੀ ਗੱਲ ਆਪ ਜੀ ਸਾਨੂੰ ਦੱਸ ਰਹੇ ਆ। ਸੋ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਅੰਦਰ ਕਾਟੋ ਕਲੇਸ਼ ਕਿਹੜੇ ਪਾਸੇ ਨੂੰ ਮੋੜ ਕੱਟੂਗਾ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।